प्यारे बच्चे सत श्री अकाल। मैं कल ही आंसर की ਤੁਹਾਨੂੰ ਪ੍ਰੋਵਾਈਡ ਕਰਵਾਉਣਾ ਚਾਹੁੰਦੀ ਸੀ, ਪਰ ਮੈਂ ਬਾਹਰ ਸੀ ਤੇ ਅੱਜ ਸਵੇਰੇ ਬਿਲਕੁਲ अर्ਲੀ ਮਾਰਨਿੰਗ ਮੈਂ 5 ਵਜੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਆਪਣੀ ਆਂਸਰ ਕੀ ਦੇ ਨਾਲ, ਜਿਹੜਾ ਪੇਪਰ ਕੱਲ ਮਾਰਚ 2022 ਨੂੰ ਸਭ ਨੇ ਦਿੱਤਾ ਹੈ ਤੇ ਉਹੀ ਬੱਚੇ ਇਸ ਦੀ ਆਂਸਰ ਕੀ ਜ਼ਰੂਰ ਚੈੱਕ ਕਰਨ ਲਈ ਉਤਸੁਕ ਹੋ ਰਹੇ ਹੋਣਗੇ। ਮੈਂ ਬਹੁਤ ਧੰਨਵਾਦ ਹਾਂ ਲੈਕਚਰਰ ਨੀਰੂ ਜੀਆਂ ਦੀ, ਜਿਨ੍ਹਾਂ ਨੇ ਮੈਨੂੰ ਇਹ ਆਂਸਰ ਕੀ ਮੇਰੇ ਲਈ ਬਣਾ ਕੇ ਰੱਖੀ ਤੇ ਮੈਂ ਹੁਣ ਤੁਹਾਡੇ ਸਾਹਮਣੇ ਇਸ ਨੂੰ पेश करन जा रही हाँ। प्यारे बच्चों, इसका 2 पार्ट सन, सबजैक्टिव ते ऑब्जैक्टिव, ते ਜਿਹੜੇ ਸੈੱਟ ਆਏ ਸਨ ਚਾਰੇ, ਉਹਨਾਂ ਚਾਰਾਂ ਵਿੱਚ ਸਿਰਫ ਆਰਡਰਿੰਗ ਅਲੱਗ-ਅਲੱਗ ਸੀ। ਜਿਵੇਂ ਮੰਨ ਲਓ ਇੱਥੇ ਕਵਿਤਾ ਪਹਿਲੇ ਨੰਬਰ ਤੇ ਹੈ, ਪ੍ਰਸੰਗ ਸਹਿਤ ਵਿਆਖਿਆ ਹੋ ਸਕਦਾ ਹੈ ਕਿ ਸੈੱਟ ਬੀ ਦੇ ਵਿੱਚ ਦੂਜੇ ਜਾਂ ਤੀਜੇ ਨੰਬਰ ਤੇ ਹੋਵੇ, ਇਸ ਸਿਰਫ ਇੰਨਾ ਹੀ ਫਰਕ ਹੋ ਸਕਦਾ ਹੈ। ਬਾਕੀ ਪ੍ਰਸ਼ਨ ਉੱਤਰ ਸਾਰੇ ਪ੍ਰਸ਼ਨ ਸੇਮ ਸਨ, ਉੱਤਰ ਤੁਸੀਂ ਦੇਖ ਕੇ ਮਿਲਾ ਸਕਦੇ ਹੋ। ਜਿਵੇਂ ਕਿ ਪਹਿਲੇ ਸਮੇਂ ਹੈ ਪ੍ਰਸੰਗ ਸਾਹਿਤ ਵਿਆਖਿਆ ਲਿਖਣੀ ਹੈ। ਮੇਰਾ ਬੱਚਾ ਆਖੇ ਸੂਰਜ ਗਮਲੇ ਵਿੱਚੋਂ ਉੱਗੇ, ਤੇ ਉਸ ਤੋਂ ਵੱਡੀ ਬੱਚੀ ਆਖੇ ਨਹੀਂ ਸੂਰਜ ਪੂਰਬ ਚੋਂ ਨਿਕਲੇ। ਮੈਂ ਗਮਲੇ ਦੇ ਫੁੱਲਾਂ ਵੱਲੇ ਤੇ ਬੱਚਿਆਂ ਦੇ ਮੂੰਹ ਵੱਲ ਤਾਕੇ ਕੀ ਆਖਾਂ ਕਿ ਸੂਰਜ ਕਿੱਥੋਂ ਨਿਕਲੇ। ਇਹ ਹੈ ਆਪਣਾ ਆਪਣਾ ਸੂਰਜ, ਜਗਤਾਰ ਜੀ ਦੀ ਕਵਿਤਾ ਲਿਖੀ ਹੋਈ ਹੈ। ਬਾਕੀ ਤੁਸੀਂ ਪ੍ਰਸੰਗ ਸਹਿਤ ਵਿਆਖਿਆ ਕਰ ਸਕਦੇ ਹੋ। ਪ੍ਰਸ਼ਨ ਨੰਬਰ 2 ਹੈ ਕਦਮ ਹੇਠ ਕ੍ਰਿਸ਼ਨ ਜੀ ਕਿਵੇਂ ਖੜੇ ਸਨ। ਮੂੰਹ ਟੇਢਾ ਕਰਕੇ ਖੜੇ ਸਨ ਤੇ ਆਪਣਾ ਸੱਜਾ ਪੈਰ ਖੱਬੇ ਤੇ ਰੱਖ ਕੇ ਉਸ ਤੋਂ ਬਾਅਦ ਉਹ ਬੰਸਰੀ ਵਜਾ ਰਹੇ ਸਨ। ਠੀਕ ਹੈ, ਇਸ ਤਰ੍ਹਾਂ ਤੁਸੀਂ ਇਸ ਨੂੰ ਲਿਖ ਸਕਦੇ ਹੋ। ਊਸ਼ਾ ਦੇ ਆਉਣ ਨਾਲ ਕੀ ਹੁੰਦਾ, ਜਦੋਂ ਊਸ਼ਾ ਮਤਲਬ ਉਹ ਸਵੇਰ ਦਾ ਉਹ ਸਮੇਂ ਜਿਸ ਸਮੇਂ ਰਾਤ ਦੀ ਹਨੇਰੀ, ਰਾਤ ਜਿਹੜੀ ਹਨੇਰੀ ਹੈ ਉਹ ਹਨੇਰੀ ਰਾਤ ਫਟਣੀ ਸ਼ੁਰੂ ਹੋ ਜਾਂਦੀ ਹੈ ਤੇ ਲਾਲੀ ਜਿਹੀ ਨਜ਼ਰ ਆ ਜਾਂਦੀ ਹੈ ਤੇ ਉਹ ਲਾਲੀ ਜਿਹੜੀ ਹੈ ਉਹ ਨਵੇਂ ਜੀਵਨ ਦਾ ਸੰਚਾਰ ਕਰਦੀ ਹੈ। ਉੱਤਰ ਵਿੱਚ ਤੁਸੀਂ ਲਿਖਣਾ ਹੈ ਕਿ ਊਸ਼ਾ ਦੇ ਆਉਣ ਨਾਲ ਸਾਰੇ ਪਾਸੇ ਲਾਲੀ ਛਾ ਜਾਂਦੀ ਹੈ, ਹਨੇਰੇ ਦੂਰ ਹੋ ਜਾਂਦੇ ਹਨ ਤੇ ਜੀਵਨ ਵਿੱਚ ਨਵੀਂ ਤਬਦੀਲੀ ਆਉਂਦੀ ਹੈ। ਮਲਿਕ ਭਾਗੋ ਤੇ ਪੂੜੇ ਵਿੱਚੋਂ ਲਹੂ ਤੇ ਭਾਈ ਲਾਲੋ ਦੀ ਕੋਦਰੇ ਦੀ ਰੋਟੀ ਵਿੱਚੋਂ ਦੁੱਧ ਨਿਕਲਣ ਦੀ ਘਟਨਾ ਦਾ ਵਰਣਨ ਕਰੋ। ਉਹ ਘਟਨਾ ਤੁਸੀਂ ਦੱਸ ਦੇਣੀ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਉਸ ਪਿੰਡ ਵਿੱਚ ਜਾਂਦੇ ਹਨ, ਮਲਿਕ ਭਾਗੋ ਦੇ ਪੂੜੇ ਦੇਖਦੇ ਹਨ ਤਾਂ ਉਹਨਾਂ ਵਿੱਚੋਂ ਲਹੂ ਨਿਕਲਦਾ ਹੈ ਤੇ ਫਿਰ ਜਦੋਂ ਕੋਦਰੇ ਦੀ ਰੋਟੀ ਵੇਖਦੇ ਹਨ ਉਸ ਵਿੱਚ ਦੁੱਧ ਨਿਕਲਦਾ ਹੈ। ਇਹ ਘਟਨਾ ਜਿਹੜੀ ਤੁਸੀਂ ਲਿਖ ਦੇਣੀ ਹੈ। ਨਾਲ ਇਹ ਵੀ ਦੱਸ ਦੇਣਾ ਹੈ ਕਿ ਮਲਿਕ ਭਾਗੋ ਦੀ ਜਿਹੜੀ ਪੂੜੇ ਸਨ ਉਹ ਬੇਈਮਾਨੇ ਦੀ ਕਮਾਈ ਨਾਲ ਬਣਾਏ ਗਏ ਸਨ, ਜਦੋਂ ਕਿ ਕੋਦਰੇ ਦੀ ਰੋਟੀ ਜਿਹੜੀ ਸੀ ਉਹ ਬਹੁਤ ਹੀ ਭਾਈ ਲਾਲੋ ਦੀ ਹੱਕ ਹਲਾਲ ਤੇ ਮਿਹਨਤ ਦੀ ਕਮਾਈ ਦੀ ਰੋਟੀ ਸੀ, ਇਸ ਲਈ ਉਸ ਵਿੱਚੋਂ ਦੁੱਧ ਨਿਕਲਿਆ ਸੀ। ਚੌਥਾ ਪ੍ਰਸ਼ਨ ਹੈ ਜਦੋਂ ਥਾਣੇਦਾਰ ਨੂੰ ਪਤਾ ਲੱਗਾ ਕੁੱਤਾ ਕਪਤਾਨ ਸਾਹਿਬ ਦਾ, ਉਹਨਾਂ ਨੇ ਕੀ ਕੀਤਾ, ਕੁੱਤੇ ਦੀ ਰਾਖੀ ਕੀਤੀ। ਥਾਣੇਦਾਰ ਨੇ ਕਪਤਾਨ ਸਾਹਿਬ ਦੇ ਕੁੱਤੇ ਦੀ ਰਾਖੀ ਕੀਤੀ ਤੇ ਉਹ ਆਦਮੀ ਨੂੰ ਕਹਿੰਦਾ ਹੈ ਕਿ ਉਹ ਜ਼ਰੂਰ ਕੁੱਤੇ ਨੂੰ ਉਸਨੇ ਸੋਟੀ ਮਾਰੀ ਹੋਵੇਗੀ, ਜਿਹੜੀ ਕਿ ਗਲਤ ਗੱਲ ਹੋ ਜਾਂਦੀ ਹੈ। ਉਸ ਤੋਂ ਬਾਅਦ ਜੀਤ ਸਿੰਘ ਸ਼ੀਤਲ ਨੇ ਪੰਜਾਬੀ ਬੋਲੀ ਨੂੰ ਆਪਣੇ ਪਿਆਰ ਬਾਰੇ ਕੀ ਦੱਸਿਆ ਹੈ। ਉਹ ਬਾਰ-ਬਾਰ ਮਤਲਬ ਆਪਣੀ ਬੋਲੀ ਨੂੰ ਪਿਆਰ ਕਰਦਾ ਹੈ, ਉਸ ਤੋਂ ਵਾਰੀ ਜਾਂਦਾ ਹੈ ਤੇ ਆਪਣੀ ਪੰਜਾਬੀ ਬੋਲੀ ਦੀ ਸੋਧੀ ਵਿੱਚ ਹੀ ਜਿਉਣਾ ਚਾਹੁੰਦਾ ਹੈ, ਉਸਦੀ ਗੋਦੀ ਵਿੱਚ ਹੀ ਰਹਿਣਾ ਚਾਹੁੰਦਾ ਹੈ। ਸਤੀਸ਼ ਅਨੁਸਾਰ ਉਸਦੇ ਪਿਤਾ ਜੀ ਦੀਨ ਦਿਆਲ ਕਪੂਰ ਦਾ ਜੀਵਨ ਕਿਹੋ ਜਿਹਾ ਸੀ, ਦੋਹਰਾ ਜੀਵਨ ਸੀ। ਉਸ ਤੋਂ ਬਾਅਦ ਪਿਆਰੇ ਬੱਚਿਓ ਇੱਕ ਇੱਥੇ ਪੈਰਾ ਦਿੱਤਾ ਗਿਆ ਹੈ। ਇਸ ਪੈਰੇ ਨੂੰ 1/3 ਕਰਕੇ, ਮਤਲਬ ਮੰਨ ਲਓ ਇਹਦੇ ਵਿੱਚ ਅਗਰ 70 ਸ਼ਬਦ ਨੇ ਤਾਂ 70 ਸ਼ਬਦ ਦਾ 1/3 ਜਿਹੜਾ ਹੈ ਤੁਸੀਂ 5 ਵਧਾ ਜਾਂ ਘਟਾ ਸਕਦੇ ਹੋ। ਪਹਿਲਾਂ 3 ਨਾਲ ਭਾਗ ਕਰਕੇ, 3 ਨਾਲ ਭਾਗ ਕਰਕੇ ਕੀ ਆਏਗਾ, 23 ਆ ਜਾਏਗਾ ਲਗਭਗ। 23 ਤੋਂ ਤੁਸੀਂ 5 ਵਧਾ ਵੀ ਸਕਦੇ ਹੋ, 23 ਤੇ 5 ਕਿੰਨੇ ਹੋ ਗਏ, 28 ਸ਼ਬਦਾਂ ਵਿੱਚ ਵੀ ਲਿਖ ਸਕਦੇ ਹੋ ਜਾਂ ਉਸਨੂੰ 19-20 ਸ਼ਬਦਾਂ ਵਿੱਚ ਵੀ ਲਿਖ ਸਕਦੇ ਹੋ। ਇਹਨੂੰ ਪੂਰੇ ਪੈਰੇ ਨੂੰ ਬਿਲਕੁਲ ਸਮੋਲ ਕਰਕੇ, ਪਰ ਸਾਰੀ ਗੱਲ ਵੀ ਕਹਿਣੀ ਹੈ ਉਸ ਤਰ੍ਹਾਂ ਲਿਖਣਾ ਹੈ ਤੇ ਨਾਲ ਇੱਕ ਸਿਰਲੇਖ ਜ਼ਰੂਰ ਲਿਖਣਾ। ਸਿਰਲੇਖ ਮਤਲਬ ਟਾਈਟਲ ਲਿਖਣਾ ਹੈ ਕਿ ਜਿਵੇਂ ਇਸ ਪੈਰੇ ਦੇ ਵਿੱਚ ਕਿਸ ਬਾਰੇ ਗੱਲ ਕੀਤੀ ਗਈ ਹੈ। ਤਾਂ ਤੁਸੀਂ ਇੱਥੇ ਦੱਸਣਾ ਹੈ ਕਿ ਜਿਹੜਾ ਅਖਬਾਰ ਹੈ ਉਹਦੇ ਬਾਰੇ ਦੱਸ ਸਕਦੇ ਹੋ, ਤਾਂ ਇਸ ਲਈ ਅਖਬਾਰ ਲਿਖ ਸਕਦੇ ਹੋ ਆਪਣਾ ਟਾਈਟਲ, ਜਾਂ ਉਸਦੇ ਗੁਣ ਤੇ ਔਗੁਣ ਲਿਖ ਸਕਦੇ ਹੋ ਇਸ ਵਿੱਚ। ਫਿਰ ਉਸ ਤੋਂ ਬਾਅਦ ਇੱਕ ਕਵਿਤਾ, 2 ਕਵਿਤਾਵਾਂ ਹਨ, ਮੇਰਾ ਪਤਾ ਤੇ ਦੂਜੀ ਹੈ ਜਲ ਕਣ। ਜਿਹੜਾ ਇਹ ਦੋਨੋਂ ਕਵਿਤਾਵਾਂ ਤੁਸੀਂ ਕਿਸੇ ਇੱਕ ਦਾ ਸਾਰ ਲਿਖਣਾ ਹੈ। ਜਿਹੜੀ ਮੇਰਾ ਪਤਾ ਹੈ ਇਹ ਅੰਮ੍ਰਿਤਾ ਪ੍ਰੀਤਮ ਜੀ ਦੀ ਹੈ ਤੇ ਜਲ ਕਣ ਜਗਤਾਰ ਦੀ ਕਵਿਤਾ ਹੈ। ਇਹਨਾਂ ਵਿੱਚੋਂ ਕਿਸੇ ਇੱਕ ਦਾ ਸਾਰ ਲਿਖ ਸਕਦੇ ਹੋ। ਉਸ ਤੋਂ ਬਾਅਦ ਭਾਰਤ ਵਿੱਚ ਲੋਕ ਗੀਤਾਂ ਦੀ ਰਚਨਾ ਕਦੋਂ ਹੋ ਰਹੀ ਸੀ, ਵੈਦਿਕ ਸਮੇਂ ਤੋਂ ਹੀ ਹੁੰਦੀ ਆ ਰਹੀ ਹੈ। ਵਰਤਮਾਨ ਸਮੇਂ ਵਿੱਚ ਲੋਕ ਗੀਤਾਂ ਨੂੰ ਸੰਭਾਲਣ ਦੀ ਲੋੜ ਕਿਉਂ ਪੈ ਰਹੀ ਹੈ, ਕਿਉਂਕਿ ਜਿਹੜੀ ਪੱਛਮ ਵਿੱਚੋਂ ਹਵਾ ਆ ਰਹੀ ਹੈ, ਮਤਲਬ ਪੱਛਮੀ ਗੀਤ ਆ ਰਹੇ ਨੇ, ਯੂਰਪੀਅਨ ਗੀਤ ਸੰਗੀਤ ਆ ਰਹੇ ਨੇ, ਔਰ ਸਾਡੇ ਸੱਭਿਆਚਾਰ ਨੂੰ ਸਮਾਪਤ ਕਰਨ ਲੱਗੇ ਹੋਏ ਨੇ। ਇਸ ਲਈ ਸਾਨੂੰ ਆਪਣੇ ਲੋਕ ਗੀਤਾਂ ਨੂੰ ਸੰਭਾਲਣ ਦੀ ਬਹੁਤ ਜ਼ਰੂਰਤ ਹੈ। ਅੱਜ ਦਾ ਨੌਜਵਾਨ ਸਾਡੇ ਆਪਣੇ ਲੋਕ ਗੀਤਾਂ ਨੂੰ ਤਾਂ ਜਾਣਦਾ ਨਹੀਂ, ਹਾਂ ਅੰਗਰੇਜ਼ੀ ਦੇ ਜਾਂ ਦੂਜੇ ਯੂਰਪੀਅਨ ਭਾਸ਼ਾਵਾਂ ਦੇ ਲੋਕ ਗੀਤਾਂ ਨੂੰ ਜ਼ਿਆਦਾ ਚੰਗੀ ਤਰ੍ਹਾਂ ਪਛਾਣਦਾ ਹੈ। ਇਸ ਲਈ ਆਪਣੀ ਮਾਤ ਬੋਲੀ, ਆਪਣੀ ਭਾਸ਼ਾ, ਆਪਣੇ ਸੱਭਿਆਚਾਰ ਨੂੰ ਸੰਭਾਲਣ ਦੀ ਜ਼ਰੂਰਤ ਹੈ। ਉਸ ਤੋਂ ਬਾਅਦ ਹੈ ਦੀਨ ਦਿਆਲ ਕਪੂਰ ਸਿੰਘ ਨੂੰ ਸ਼ੋਭਾ
ਸ਼ੋਭਾ ਦੁਆਰਾ ਪਿਆਰ ਵਿਆਹ ਕਰਨ ਦੀ ਗੱਲ ਸੁਣ ਕੇ, ਮਤਲਬ ਲਵ ਮੈਰਿਜ ਕਰਨ ਦੀ ਗੱਲ ਸੁਣ ਕੇ ਗੁੱਸਾ ਕਿਉਂ ਚੜ੍ਹਦਾ ਹੈ, ਇਸ ਦਾ ਉੱਤਰ ਵੀ ਤੁਸੀਂ ਆਪਣੇ ਆਧਾਰ ਤੇ ਪਿਆਰੇ ਬੱਚਿਓ ਦੇ ਦੇਣਾ ਹੈ। ਉਸ ਤੋਂ ਬਾਅਦ ਹੈ ਇੱਕ ਪਾਤਰ ਚਿੱਤਰਨ ਸਤੀਸ਼ ਕਪੂਰ ਜਾਂ ਸ਼ੋਭਾ ਦਾ, ਸ਼ੋਭਾ ਨਾਟਕ ਵਿੱਚ ਉਹਨੇ ਉਹਨਾਂ ਦਾ ਕਰ ਦੇਣਾ ਹੈ। ਉਸ ਤੋਂ ਬਾਅਦ ਹੈ ਸਾਹਿਤਕਾਰ ਦੇ ਜੀਵਨ ਦੇ ਰਚਨਾਵਾਂ ਬਾਰੇ, ਗੁਰੂ ਨਾਨਕ ਦੇਵ ਜੀ, ਸ਼ੇਖ ਫਰੀਦ, ਬਾਬਾ ਫਰੀਦ ਤੇ ਦਮੋਦਰ ਵਿੱਚੋਂ। ਕੱਲ ਕਿਸੇ ਨੇ ਕਮੈਂਟ ਵਿੱਚ ਵੀ ਪੁੱਛਿਆ ਸੀ ਕਿ ਮੈਂ ਕਿਹੜੀ ਜੀਵਨੀਆਂ ਕਰਾਂ, ਤਾਂ ਮੈਂ ਆਪਣੀ ਸਿਸਟਰ ਨੂੰ ਪੁੱਛਿਆ ਕਿ ਕਿਹੜੀ ਜੀਵਨੀਆਂ ਇੰਪੋਰਟੈਂਟ ਹਨ, ਤੇ ਉਹਨਾਂ ਨੇ ਇਹੀ ਜਿਹੜੀ ਜੀਵਨੀਆਂ ਸਨ ਸ਼ੇਖ ਫਰੀਦ ਜੀ ਦੀ ਤੇ ਅਮਰਤਾ ਪ੍ਰੀਤਮ ਦੀ ਔਰ ਪ੍ਰਿੰਸੀਪਲ ਤੇਜਾ ਸਿੰਘ ਵਗੈਰਾ ਦੀ ਦੱਸੀਆਂ ਸਨ, ਜਿਨ੍ਹਾਂ ਵਿੱਚੋਂ ਸ਼ੇਖ ਫਰੀਦ ਦੀ ਆ ਗਈ। ਉਸ ਤੋਂ ਬਾਅਦ ਪਿਆਰੇ ਬੱਚਿਓ ਅਸੀਂ ਵੱਧਦੇ ਹਾਂ ਪਾਰਟ 2 ਵੱਲ। ਪਾਰਟ 2 ਦੇ ਇੱਕ ਨੰਬਰ ਵਾਲੇ ਪ੍ਰਸ਼ਨ ਨੇ। ਤੁਸੀਂ ਕਦੋਂ ਦੇ ਇਹ ਸੋਚ ਰਹੇ ਹੋਣਗੇ ਕਿ ਅਸੀਂ ਫਟਾਫਟ ਉਹ ਚੈੱਕ ਕਰ ਲਈਏ। ਪਿਆਰੇ ਬੱਚੇ, ਸਾਨੂੰ ਪੇਪਰ ਸਾਰਾ ਹੀ ਸਮਝ ਲੈਣਾ ਚਾਹੀਦਾ ਹੈ, ਤੇ ਹੁਣ ਅਸੀਂ ਇਹਨਾਂ ਨੂੰ ਐਕਸਪਲੇਨ ਕਰਦੇ ਹਾਂ, ਫਟਾਫਟ ਹੋ ਜਾਣਗੇ। ਪਹਿਲਾ ਪ੍ਰਸ਼ਨ ਹੈ, ਕੰਬ ਦੀ ਕਲਾਈ ਕਵਿਤਾ ਵਿੱਚ ਤੁਸੀਂ ਦਾ ਲੜ ਕਿਹੋ ਜਿਹਾ ਸੀ? ਬਿਜਲੀ ਵਰਗਾ। ਕਿਸੇ ਕਵੀ ਕਿਹੜੇ ਜੀਵਨ ਦੀ ਮੰਗ ਕਰਦਾ ਹੈ? ਹਵਾ ਵਰਗੇ ਜੀਵਨ ਦੀ। ਉਸ ਤੋਂ ਬਾਅਦ ਧੀ ਕਵਿਤਾ ਵਿੱਚ ਕਿਸ ਦੀ ਵਡਿਆਈ ਕੀਤੀ ਗਈ ਹੈ? ਇਸਤਰੀ ਦੀ। ਬਿਰਹੋਂ ਦੀ ਰੜਕ ਕਾਵਿ ਦਾ ਰੂਪ ਕੀ ਹੈ? ਗੀਤ। ਫਿਰ ਪੰਜਵਾਂ ਹੈ, ਚਿੜੀਆਂ ਦਾ ਚੰਬਾ ਕਵਿਤਾ ਵਿੱਚ ਚਿੜੀਆਂ ਕਿਸ ਦਾ ਪ੍ਰਤੀਕ ਹਨ? ਕੁੜੀਆਂ ਦਾ। ਫਿਰ ਪ੍ਰਸ਼ਨ ਨੰਬਰ 2 ਹੈ, ਲਿਫਾਫੇ ਵਿੱਚ ਕਿੰਨੀ ਰਕਮ ਸੀ? $10,000। ਉਸ ਤੋਂ ਬਾਅਦ ਹੈ, ਬਾਬੇ ਵਰਿਆਮ ਨੇ ਕਿਸ ਚੀਜ਼ ਦਾ ਨਸ਼ਾ ਕੀਤਾ ਸੀ? ਅਫੀਮ ਦਾ। ਸਾਡੇ ਲੋਕ ਗੀਤ ਨਿਬੰਧ ਦੀ ਬੋਲੀ ਕਿਹੋ ਜਿਹੀ ਹੈ? ਕੇਂਦਰੀ ਪੰਜਾਬੀ। ਠਾਣੇਦਾਰੀ ਕਹਾਣੀ ਕਿਸ ਦੀ ਰਚਨਾ ਹੈ? ਸਰਦਾਰ ਚਰਨ ਸਿੰਘ ਸ਼ਹੀਦ। ਤਵਾਰੀਖ ਗੁਰੂ ਖਾਲਸਾ ਗ੍ਰੰਥ ਦੇ ਲੇਖਕ ਕੌਣ ਹਨ? ਗਿਆਨੀ ਗਿਆਨ ਸਿੰਘ। ਉਸ ਤੋਂ ਬਾਅਦ ਹੈ, ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਠੀਕ ਉੱਤਰ ਚੁਣ ਕੇ ਲਿਖੋ। ਸ਼ੋਭਾ ਸ਼ਕਤੀ ਨਾਟਕ ਦੇ ਲੇਖਕ ਕੌਣ ਹਨ? ਡਾਕਟਰ ਹਰਚਰਨ ਸਿੰਘ। ਸ਼ੋਭਾ ਸ਼ਕਤੀ ਨਾਟਕ ਵਿੱਚ ਕਿੰਨੇ ਪਾਤਰ ਹਨ? 13। ਨਾਟਕ ਦਾ ਪਹਿਲਾ ਨਾਟ ਕਿਸ ਰੁੱਤ ਵਿੱਚ ਵਾਪਰਦਾ ਹੈ? ਬਹਾਰ ਰੁੱਤ ਵਿੱਚ। ਕੱਲ ਵੀ ਅਜਿਹਾ ਕੋਈ ਪ੍ਰਸ਼ਨ ਸੀਗਾ ਜਿਹਦਾ ਮੈਂ ਤੁਹਾਨੂੰ ਦੱਸਿਆ ਸੀ। ਉਸ ਤੋਂ ਬਾਅਦ ਹੈ ਪਿਆਰੇ ਬੱਚਿਓ, ਸ਼ੋਭਾ ਕਮਲ ਦੀ ਕੀ ਲੱਗਦੀ ਹੈ? ਮਾਂ। ਰਮੇਸ਼ ਜੀ, ਇਸਤਰੀ ਸੰਸਾਰ ਦੀ ਸ਼ੋਭਾ ਵੀ ਨੇ ਤੇ ਸ਼ਕਤੀ ਵੀ। ਰਮੇਸ਼ ਜੀ ਦੇ ਸ਼ਬਦ ਨੇ ਇਹ, ਨਹੀਂ ਰਮੇਸ਼ ਜੀ ਨੂੰ ਕਹਿ ਰਿਹਾ ਕੋਈ। ਇਹ ਸ਼ਬਦ ਕਿਸ ਦੇ ਨੇ? ਸਤੀਸ਼ ਦੇ। ਉਸ ਤੋਂ ਬਾਅਦ ਹੈ ਬਹੁਵਿਕਲਪੀ ਪ੍ਰਸ਼ਨਾਂ ਦੇ ਉੱਤਰ। ਅੰਮ੍ਰਿਤਾ ਪ੍ਰੀਤਮ ਨੂੰ ਭਾਰਤ ਸਰਕਾਰ ਵੱਲੋਂ ਕਿਹੜਾ ਸਨਮਾਨ ਦਿੱਤਾ ਗਿਆ? ਪਦਮ ਸ਼੍ਰੀ। ਸ਼ਿਵ ਕੁਮਾਰ ਜੀ ਦੀ ਕਵਿਤਾ ਦਾ ਮੂਲ ਧੁਰਾ ਕੀ ਸੀ? ਬਿਰਹਾ। ਸੁਜਾਨ ਸਿੰਘ ਨੇ ਸਾਹਿਤ ਦੇ ਕਿਸ ਖੇਤਰ ਵਿੱਚ ਪ੍ਰਸਿੱਧੀ ਪ੍ਰਾਪਤ ਕੀਤੀ? ਕਹਾਣੀ। ਪੰਜਾਬੀ ਵਿੱਚ ਨਿੱਕੀ ਕਹਾਣੀ ਨੂੰ ਪੱਛਮੀ ਤਕਨੀਕ ਅਨੁਸਾਰ ਕਿਸ ਨੇ ਢਾਲਿਆ? ਕੁਲਵੰਤ ਸਿੰਘ ਵਿਰਕ। ਨਿੰਮ ਦੇ ਪੱਤੇ ਤੇ ਸੁਰਮੇ ਵਾਲੀ ਅੱਖ ਰੇਖਾ ਚਿੱਤਰ ਕਿਸ ਦੇ ਲਿਖੇ ਗਏ ਹਨ? ਬਲਵੰਤ ਗਾਰਗੀ। ਉਸ ਤੋਂ ਬਾਅਦ ਹੈ, ਰਾਧਾ ਸੰਦੇਸ਼ ਕਵਿਤਾ ਕਿਸ ਦੀ ਰਚਨਾ ਹੈ? ਧਨੀ ਰਾਮ ਚਾਤ੍ਰਿਕ ਦੀ। ਇੱਛਾ ਬਲ ਚਸ਼ਮਾ ਕਿੱਥੇ ਸਥਿਤ ਹੈ? ਕਸ਼ਮੀਰ ਵਿੱਚ। ਕੰਡਿਆਲੀ ਥੋਰ ਕਿੱਥੋਂ ਉਗਦੀ ਹੈ? ਉਜਾੜਾਂ ਵਿੱਚ। ਖਤਾਂ ਦੀ ਉਡੀਕਾ ਕਵਿਤਾ ਵਿੱਚ ਨਾਇਕ ਕਿੱਥੇ ਰਹਿੰਦਾ ਹੈ? ਬੇਗਾਨੀ ਨਗਰੀ ਵਿੱਚ। ਮੁਹੱਬਤ ਨੂੰ ਕੱਚੀ ਕੰਧ ਕਿਉਂ ਕਿਹਾ ਗਿਆ? ਕਿਉਂਕਿ ਸਮਾਜਿਕ ਮਨਜ਼ੂਰੀ ਤੋਂ ਬਿਨਾਂ ਹੋਈ ਮੁਹੱਬਤ ਦੀ ਸਿਰੇ ਚੜ੍ਹਨ ਦੀ ਉਮੀਦ ਜਿਹੜੀ ਹੈ ਉਹ ਘੱਟ ਹੀ ਹੁੰਦੀ ਹੈ। ਇਹ ਤਾਂ ਘੱਟ ਹੀ ਆਏਗਾ ਬੱਚੇ। ਫਿਰ ਹੈ, ਵੈਦਰ ਕ੍ਰਾਫਟ ਦਾ ਕਤਲ ਕਿਸ ਚੀਜ਼ ਨਾਲ ਹੋਇਆ ਸੀ? ਚਾਂਦੀ ਦੀ ਟੁੱਟੀ ਪਲੇਟ ਦੇ ਟੁਕੜੇ ਨਾਲ। ਫਿਰ ਹੈ, ਬਾਬੇ ਵਰਿਆਮ ਨੇ ਰੱਬ ਕੋਲੋਂ ਕੀ ਮੰਗਿਆ? ਦਿਵ ਦ੍ਰਿਸ਼ਟੀ। ਘਰ ਵਿੱਚ ਗੁਰਿਆਈ ਲੇਖ ਦਾ ਲੇਖਕ ਕੌਣ ਸੀ? ਪ੍ਰਿੰਸੀਪਲ ਸਾਹਿਬ ਸਿੰਘ। ਸ਼ੀਸ਼ੇ ਸਾਹਮਣੇ ਲੇਖ ਵਿੱਚ ਲੇਖਕ ਬਚਪਨ ਨੂੰ ਕਿਹੋ ਜਿਹਾ ਦੇਖਦੇ ਸੀ? ਬੇਫਿਕਰਾ। ਗੁਰੂ ਰਾਮਦਾਸ ਜੀ ਦਾ ਪਹਿਲਾ ਨਾਂ ਕੀ ਸੀ? ਭਾਈ ਜੇਠਾ। ਫਿਰ ਹੈ, ਸ਼ੋਭਾ ਸ਼ਕਤੀ ਨਾਟਕ ਵਿੱਚ ਇਸਤਰੀ ਦੀ ਕਿਹੜੀ ਇੱਛਾ ਰੂਪਮਾਨ ਹੁੰਦੀ ਹੈ? ਸੁਤੰਤਰ ਜੀਵਨ ਜਿਉਣ ਦੀ। ਫਿਰ ਤੀਜਾ ਨਾਟ ਕਿਸ ਰੁੱਤ ਵਿੱਚ ਚੜ੍ਹਦਾ? ਸਿਆਲ। ਸ਼ੋਭਾ ਘਰ ਦਾ ਤਿਆਗ ਕਰਕੇ ਕਿੱਥੇ ਚਲੀ ਜਾਂਦੀ ਹੈ? ਨੈਕਸਟ ਹੈ, ਰਮੇਸ਼ ਸ਼ੋਭਾ ਨੂੰ ਕਿਸ ਤਰ੍ਹਾਂ ਰੱਖਣਾ ਚਾਹੁੰਦਾ ਹੈ? ਆਪਣੇ ਅਧੀਨ। ਸ਼ੋਭਾ ਦੀ ਨੂੰਹ ਦਾ ਕੀ ਨਾਂ ਹੈ? ਰੇਖਾ। ਤੇ ਆਧੁਨਿਕ ਕਵਿਤਾ ਦੇ ਮੋਢੀ ਕੌਣ ਹਨ? ਭਾਈ ਵੀਰ ਸਿੰਘ ਜੀ। ਵੀਰ ਸਿੰਘ ਹੈ ਬੇਟੇ। ਪ੍ਰੋਫੈਸਰ ਪੂਰਨ ਸਿੰਘ ਦੀ ਲਿਖੀ ਪੰਜਾਬੀ ਵਾਰਤਕ ਪੁਸਤਕ ਦਾ ਨਾਂ ਕੀ ਹੈ? ਖੁੱਲ੍ਹੇ ਲੇਖ। ਪੰਜਾਬੀ ਵਿੱਚ ਸਭ ਤੋਂ ਵੱਧ ਕਹਾਣੀਆਂ ਕਿਸ ਨੇ ਲਿਖੀਆਂ? ਕਰਤਾਰ ਸਿੰਘ ਦੁੱਗਲ। ਆਈ.ਸੀ. ਨੰਦਾ ਦਾ ਪੂਰਾ ਨਾਮ ਈਸ਼ਵਰ ਚੰਦਰ ਨੰਦਾ। ਅਜੀਤ ਕੌਰ ਦਾ ਜਨਮ ਕਦੋਂ ਹੋਇਆ? 1934 ਵਿੱਚ। ਜੇਕਰ ਤੁਸੀਂ ਇਹ ਪ੍ਰਸ਼ਨ ਸਾਰੇ ਚੈੱਕ ਕਰ ਲਏ ਹਨ ਤਾਂ ਮੈਨੂੰ ਜ਼ਰੂਰ ਦੱਸਣਾ ਕਿ ਤੁਹਾਡੇ ਕਿੰਨੇ ਅੰਕ ਬਣਦੇ ਹਨ। ਜੇ ਤੁਹਾਡਾ ਪੇਪਰ ਬਹੁਤ ਅੱਛਾ ਹੈ ਮੈਨੂੰ ਬਹੁਤ ਖੁਸ਼ੀ ਹੋਵੇਗੀ। ਜੇ ਥੋੜ੍ਹਾ ਜਿਹਾ ਘੱਟ ਵੀ ਹੋਇਆ ਤਾਂ ਕੋਈ ਗੱਲ ਨਹੀਂ, ਉਦਾਸ ਨਹੀਂ ਹੋਣਾ। ਸਿੱਖਣਾ ਬਹੁਤ ਜ਼ਰੂਰੀ ਹੈ ਪਿਆਰੇ ਬੱਚੋ। ਜ਼ਿੰਦਗੀ ਸਿਰਫ ਇੱਥੇ ਹੀ ਆ ਕੇ ਨਹੀਂ ਰੁਕ ਜਾਂਦੀ, ਅਜੇ ਬਹੁਤ ਬਹਾਰਾਂ ਆਉਣੀਆਂ ਨੇ। ਅਲੱਗ ਅਲੱਗ ਅਸੀਂ ਮੌਸਮ ਵੇਖਣੇ ਜੀਵਨ ਦੇ, ਅਤੇ ਹਮੇਸ਼ਾ ਮਿਹਨਤ ਕਰਦੇ ਰਹੋ, ਕਿਉਂਕਿ ਅੱਗੇ ਤੁਹਾਨੂੰ ਕੋਈ ਨਾ ਕੋਈ ਬਹੁਤ ਵਧੀਆ ਰਾਹ ਮਿਲ ਹੀ ਜਾਣੀ ਹੈ। ਕਿਉਂਕਿ ਜਿਹੜਾ ਮਿਹਨਤ ਕਰਦਾ ਹੈ, ਸੱਚੇ ਦਿਲੋਂ ਮਿਹਨਤ ਕਰਦਾ ਹੈ, ਉਹ ਤਾਂ ਕਿਸੇ ਨਾ ਕਿਸੇ ਕਿਨਾਰੇ ਲੱਗ ਹੀ ਜਾਂਦਾ ਹੈ।
ਤਾਂ ਇਸ ਦੇ ਨਾਲ ਹੀ ਅਸੀਂ ਆਪਣੀ ਇਹ ਵੀਡੀਓ ਇੱਥੇ ਹੀ ਸਮਾਪਤ ਕਰਦੇ ਹਾਂ। ਥੈਂਕ ਯੂ ਸੋ ਮਚ। ਹੈਵ ਅ ਨਾਈਸ ਡੇ। ਰੱਬ ਰਾਖਾ।